ਮੋਰਨਿੰਗ ਫਰੈਂਡਸ, ਆਪਾਂ ਕੱਲ੍ਹ ਤੱਕ ਜਿਹੜਾ ਟੌਪਿਕ ਕਰ ਲਿਆ ਸੀ ਉਹ ਕੋਅਰਜ਼ਨ ਅਤੇ ਅਨਡਿਊ ਇਨਫਲੂਐਂਸ ਦਾ ਕਰ ਲਿਆ ਸੀ। ਅੱਜ ਆਪਣਾ ਨੈਕਸਟ ਟੌਪਿਕ ਹੈ ਫਰੋਡ ਦਾ। ਫਰੋਡ ਕੀ ਹੁੰਦਾ? ਜਦੋਂ ਕੋਈ ਵੀ ਬੰਦਾ ਕਿਸੇ ਵੀ ਪਰਪਸ ਦੇ ਵਿੱਚ ਜਾਂ ਕੰਟਰੈਕਟ ਦੇ ਵਿੱਚ ਇੰਟੈਂਸ਼ਨਲੀ ਇਸ ਕਰਕੇ ਐਂਟਰ ਹੁੰਦਾ ਵੀ ਉਹਨੂੰ ਪਤਾ ਹੁੰਦਾ ਉਸਨੇ ਦੂਸਰੇ ਬੰਦੇ ਨੂੰ ਡਿਸੀਵ ਕਰਨਾ ਜਾਂ ਚੀਟ ਕਰਨਾ, ਤਾਂ ਉਹਨੂੰ ਫਰੋਡ ਕਿਹਾ ਜਾਂਦਾ। ਇਸ ਚੀਜ਼ ਦੇ ਵਿੱਚ ਅਗਰ ਉਹਨੂੰ ਕੰਸੈਂਟ, ਕਿਸੇ ਵੀ ਤਰ੍ਹਾਂ ਦੀ ਕੰਸੈਂਟ ਉਹ ਲੈਂਦਾ ਅਦਰ ਪਾਰਟੀ ਦੀ, ਐਗਰੀਵਡ ਪਾਰਟੀ ਦੀ, ਤਾਂ ਉਸ ਕੇਸ ਦੇ ਵਿੱਚ ਜਿਹੜਾ ਕੰਟਰੈਕਟ ਆ ਉਹ ਵੋਇਡੇਬਲ ਇਨ ਨੇਚਰ ਹੋ ਜਾਂਦਾ ਐਟ ਦਾ ਵਿਸ਼ ਆਫ ਦਾ ਐਗਰੀਵਡ ਪਾਰਟੀ। ਬਰਡਨ ਹੈ ਸੇਮ ਉਸੇ ਪਰਸਨ 'ਤੇ ਰਹਿੰਦਾ ਜਿਹੜਾ ਕਹਿੰਦਾ ਕਿ ਮੇਰੇ ਨਾਲ ਫਰੋਡ ਕਮਿਟ ਹੋਇਆ। ਲਾਈਕ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦੇਣੀ, ਅਗਰ ਮੰਨ ਲਓ ਕਿਸੇ ਵੀ ਤਰ੍ਹਾਂ ਦੇ ਪ੍ਰੋਮਿਸ ਦੇ ਵਿੱਚ ਮੈਂ ਐਂਟਰ ਕਰ ਰਹੀ ਹਾਂ, ਮੇਰੀ ਇੰਟੈਂਸ਼ਨ ਨਹੀਂ ਹੈ ਉਹਨੂੰ ਫੁੱਲਫਿਲ ਕਰਨ ਦੀ, ਤਾਂ ਉਹ ਕੀ ਹੈ? ਫਰੋਡ ਹੈ। ਅਗਰ ਮੈਂ ਐਕਟਿਵ ਕਿਸੇ ਫੈਕਟ ਦੀ ਐਕਟਿਵ ਕੰਸੀਲਮੈਂਟ ਕਰ ਰਹੀ ਹਾਂ, ਉਹ ਵੀ ਚੀਜ਼ ਫਰੋਡ ਹੈ। ਅਗਰ ਕੋਈ ਫੈਕਟ ਟਰੂ ਨਹੀਂ ਹੈ ਬਟ ਮੈਂ ਇਹ ਚੀਜ਼ ਚਾਹ ਰਹੀ ਹਾਂ ਕਿ ਸਾਹਮਣੇ ਵਾਲਾ ਉਹਨੂੰ ਸੱਚ ਮੰਨ ਲਵੇ, ਤਾਂ ਉਹ ਵੀ ਚੀਜ਼ ਫਰੋਡ ਹੈ। ਹੁਣ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦੇਣੀ ਹੈ। ਲੈਟ ਸਪੋਜ਼ ਇੱਕ ਲੈਂਡ ਹੈ, ਇੱਕ ਓਨਰ ਹੈ, ਇਹ ਲੈਂਡ ਹੈ, ਠੀਕ ਹੈ ਜੀ। ਬਟ ਇਸ ਚੀਜ਼ ਦੇ ਵਿੱਚ ਇਹ ਜਿਹੜਾ ਹੈਗਾ ਐਕਚੁਅਲ ਦੇ ਵਿੱਚ ਇਹਨੂੰ ਕੀ ਕਹਿੰਦੇ, ਇੰਪਰਸੋਨੇਟ ਕਰ ਲਿੱਤਾ ਗਿਆ। ਬੀ ਕਹਿੰਦਾ ਕਿ ਮੈਂ ਜੀ ਇਹ ਹੈ ਅਤੇ ਇਹ ਜਿਹੜੀ ਜ਼ਮੀਨ ਹੈ ਮੇਰੀ ਹੈ। ਇਹ ਸੀ ਨਾਮ ਦੇ ਪਰਸਨ ਨੂੰ ਸੇਲ ਕਰ ਦਿੰਦਾ, ਠੀਕ ਹੈ ਜੀ। ਇਸ ਕੇਸ ਦੇ ਵਿੱਚ ਬੀ ਇੰਟੈਂਸ਼ਨਲੀ ਕਿਹਦੇ ਨਾਲ ਧੋਖਾ ਕਰ ਰਿਹਾ? ਸੀ ਦੇ ਨਾਲ। ਇਹ ਚੀਜ਼ ਉਹਨੂੰ ਵਿਸ਼ਵਾਸ ਦਿਲਵਾਉਣੀ ਚਾਹ ਰਿਹਾ ਕਿ ਜਿਹੜੀ ਇਹ ਜ਼ਮੀਨ ਹੈ ਇਹ ਮੇਰੇ ਨਾਮ 'ਤੇ ਬੋਲਦੀ ਹੈ, ਠੀਕ ਹੈ ਜੀ। ਇਹ ਇੰਪਰਸੋਨੇਟ ਕਰ ਰਿਹਾ ਬੀ ਨੂੰ, ਬੀ ਇੰਪਰਸੋਨੇਟ ਕਰ ਰਿਹਾ, ਬੀ ਇੰਪਰਸੋਨੇਟ ਕਰ ਰਿਹਾ ਏ ਨਾਮ ਦੇ ਪਰਸਨ ਨੂੰ। ਸੀ ਨੂੰ ਉਹ ਜ਼ਮੀਨ ਵੇਚ ਦਿੰਦਾ। ਹੁਣ ਸੀ ਦੇ ਨਾਲ ਜਿਹੜਾ ਧੋਖਾ ਹੋਇਆ, ਬਰਡਨ ਆਫ ਪ੍ਰੂਫ ਕਿਹਦੇ 'ਤੇ ਹੈ? ਸੀ ਦੇ ਉੱਤੇ ਹੈ ਕਿ ਉਹ ਦੱਸੇਗਾ ਕਿ ਮੇਰੇ ਨਾਲ ਬੀ ਨੇ ਇੰਟੈਂਸ਼ਨਲੀ ਫਰੋਡ ਕੀਤਾ ਏ ਬਣ ਕੇ ਕਿ ਮੈਂ ਏ ਹਾਂ ਔਰ ਇਹ ਜ਼ਮੀਨ ਮੇਰੀ ਹੈ, ਜਦ ਕਿ ਇਹ ਜ਼ਮੀਨ ਏ ਨੂੰ ਬਿਲੋਂਗ ਕਰਦੀ ਹੈ, ਨਾ ਕਿ ਬੀ ਨੂੰ, ਠੀਕ ਹੈ ਜੀ। ਇਹ ਇੰਟੈਂਸ਼ਨਲ ਹੋ ਗਿਆ। ਹੁਣ ਮੰਨ ਲਓ ਕੁਛ ਚੀਜ਼ਾਂ ਸੱਚ ਦੱਸੇ, ਮੰਨ ਲਓ ਮੈਂ ਇੱਕ ਚੀਜ਼ ਹੋਰਸ ਸੇਲ ਕਰਨਾ ਚਾਹ ਰਹੀ ਹਾਂ। ਮੈਨੂੰ ਸਾਹਮਣੇ ਵਾਲਾ ਬੰਦਾ ਪੁੱਛ ਰਿਹਾ ਕਿ ਕੀ ਜਿਹੜਾ ਇਹ ਹੋਰਸ ਹੈ ਸਾਊਂਡ ਮਾਈਂਡ ਦਾ, ਬਟ ਮੈਂ ਉਸ ਚੀਜ਼ ਦਾ ਜਵਾਬ ਨਹੀਂ ਦੇ ਰਹੀ, ਜਦ ਕਿ ਮੇਰੀ ਡਿਊਟੀ ਹੈ, ਮੈਂ ਬਾਊਂਡ ਹੈ। ਅਗਰ ਮੈਂ ਕੋਈ ਚੀਜ਼ ਸੇਲ ਆਊਟ ਕਰ ਰਹੀ ਹਾਂ ਤਾਂ ਮੈਂ ਡਿਊਟੀ ਬਾਊਂਡ ਹੈ ਕਿ ਉਸ ਚੀਜ਼ ਦੇ ਹਰੇਕ ਫੈਕਟ ਨੂੰ ਡਿਸਕਲੋਜ਼ ਆਊਟ ਕਰਾਂ। ਅਗਰ ਮੈਂ ਚੁੱਪ ਰਹਿ ਰਹੀ ਹਾਂ ਜਦ ਕਿ ਉਹ ਮੇਨ ਐਸੈਂਸ਼ੀਅਲ ਕੰਡੀਸ਼ਨ ਹੈ ਉਸ ਚੀਜ਼ ਨੂੰ ਫੋਰਮੂਲੇਟ ਕਰਨ ਲਈ, ਤਾਂ ਜਿਹੜਾ ਕਿ ਇਹ ਫਰੋਡ ਕਮਿਟ ਕੀਤਾ ਜਾ ਰਿਹਾ। ਅਗਰ ਮੇਅਰ ਸਾਈਲੈਂਸ ਵੈਸੇ ਤਾਂ ਫਰੋਡ ਨਹੀਂ ਹੁੰਦਾ, ਬਟ ਜਿੱਥੇ ਇੰਟੈਂਸ਼ਨ ਟੂ ਡਿਸਕਲੋਜ਼ ਹੈ ਜਾਂ ਲਾਅ ਬਾਈਂਡ ਕਰਦਾ ਉਹਨੂੰ ਡਿਸਕਲੋਜ਼ ਕਰਨ ਲਈ, ਉੱਥੇ ਉਹਨੂੰ ਫਰੋਡ ਮੰਨਿਆ ਜਾਂਦਾ ਸਾਈਲੈਂਸ ਨੂੰ। ਅਗਰ ਤਾਂ ਤੁਸੀਂ ਕੋਈ ਚੀਜ਼ ਪੈਸਿਵਲੀ ਕੰਸੀਲ ਕਰ ਰਹੇ ਹੋ ਤਾਂ ਉਹ ਚੀਜ਼ ਕੀ ਹੈ? ਫਰੋਡ ਮੰਨੀ ਜਾਏਗੀ। ਦੈਨ ਇੱਕ ਇਹਦੇ ਵਿੱਚ ਇੱਕ ਹੋਰ ਐਗਜ਼ਾਮਪਲ ਆਉਂਦਾ ਹੈ ਕਿ ਜਦੋਂ ਆਪਾਂ ਇੰਸ਼ੋਰੈਂਸ ਦੇ ਕੰਟਰੈਕਟ ਦੇ ਵਿੱਚ ਐਂਟਰ ਕਰਦੇ ਹਾਂ ਤਾਂ ਉਹਦੇ ਵਿੱਚ ਸਭ ਤੋਂ ਪਹਿਲੀ ਕਲੌਜ਼ ਹੁੰਦੀ ਹੈ ਕਿ ਜਿਹੜੇ ਵੀ ਆਪਾਂ ਫੈਕਟਸ ਦੱਸ ਰਹੇ ਹੈ ਉਹ ਗੁੱਡ ਫੇਥ ਦੇ ਵਿੱਚ ਆਪਾਂ ਹਰੇਕ ਚੀਜ਼ ਨੂੰ ਡਿਸਕਲੋਜ਼ ਕਰ ਰਹੇ। ਮੰਨ ਲਓ ਮੈਂ ਇੱਕ ਇੰਸ਼ੋਰੈਂਸ ਕੰਟਰੈਕਟ ਦੇ ਵਿੱਚ ਐਂਟਰ ਕਰਦੀ ਹਾਂ, ਉਸ ਕੇਸ ਦੇ ਵਿੱਚ ਕੀ ਹੈ, ਮੈਂ ਕੋਈ ਆਪਣੀ ਏਲਮੈਂਟ ਛੁਪਾ ਲੈਂਦੀ ਹੈ। ਮੈਨੂੰ ਇੱਕ ਇੱਦਾਂ ਦੀ ਫਿਜ਼ੀਕਲ ਪ੍ਰੋਬਲਮ ਹੈ ਜੋ ਮੈਂ ਹਾਈਡ ਕਰ ਲਈ ਹੈ, ਠੀਕ ਹੈ। ਜੋ ਐਟ ਦਾ ਟਾਈਮ ਆਫ ਬਾਈਂਡਿੰਗ, ਜੇ ਕੰਟਰੈਕਟ ਦੀ ਨੇਚਰ ਬਾਈਂਡਿੰਗ ਹੈ ਤਾਂ ਮੈਨੂੰ ਉਸ ਟਾਈਮ ਉਸ ਚੀਜ਼ ਨੂੰ ਡਿਸਕਲੋਜ਼ ਕਰਨਾ ਚਾਹੀਦਾ ਸੀ, ਤਾਂ ਮੈਂ ਕੀ ਹੈ? ਫਰੋਡ ਕਮਿਟ ਕੀਤਾ। ਇਹਦੇ ਵਿੱਚ ਇੱਕ ਫੈਕਟ ਆਉਂਦਾ ਓਬਰੀਅਮ ਫਿਡੀ, ਮਤਲਬ ਅਟਮੋਸਟ ਗੁੱਡ ਫੇਥ ਐਗਜ਼ਿਸਟ ਕਰਨਾ ਚਾਹੀਦਾ ਜਦੋਂ ਆਪਾਂ ਕਿਸੇ ਦੇ ਨਾਲ ਕੰਟਰੈਕਟ ਕਰ ਰਹੇ ਹਾਂ। ਗੁੱਡ ਫੇਥ ਦੇ ਵਿੱਚ ਹੋਣਾ ਚਾਹੀਦਾ ਔਰ ਇੰਟੈਂਸ਼ਨ ਟੂ ਚੀਟ ਨਹੀਂ ਹੋਣੀ ਚਾਹੀਦੀ, ਠੀਕ ਹੈ ਜੀ। ਹੁਣ ਜਿਹੜਾ ਨੈਕਸਟ ਇਸ ਤੋਂ ਬਾਅਦ ਜਿਹੜਾ ਕੰਸੈਪਟ ਸੀ ਫਰੋਡ ਦਾ, ਮੈਨੂੰ ਲੱਗਦਾ ਤੁਹਾਨੂੰ ਕੰਸੈਪਟ ਕਲੀਅਰ ਹੋ ਚੁੱਕਾ। ਅਗਰ ਕੁਛ ਵੀ ਪੁਆਇੰਟ ਹੋਏ ਤਾਂ ਤੁਸੀਂ ਮੈਨੂੰ ਪੁੱਛ ਸਕਦੇ ਹੋ। ਹੁਣ ਨੈਕਸਟ ਆਪਾਂ ਕਰਦੇ ਹਾਂ ਮਿਸਰੀਪ੍ਰਜੈਂਟੇਸ਼ਨ। ਮਿਸਰੀਪ੍ਰਜੈਂਟੇਸ਼ਨ ਕੀ ਹੁੰਦੀ ਹੈ? ਇੱਕ ਮਟੀਰੀਅਲ ਫੈਕਟ ਦੀ ਮਿਸ ਸਟੇਟਮੈਂਟ ਹੈ। ਪਰਸਨ ਕੋਈ ਸਟੇਟਮੈਂਟ ਚੀਜ਼ ਗਲਤ ਦੱਸ ਰਿਹਾ, ਬਟ ਉਹਦੀ ਇੰਟੈਂਸ਼ਨ ਨਹੀਂ ਹੈ ਤੁਹਾਨੂੰ ਚੀਟ ਕਰਨ ਦੀ, ਜਾਂ ਤਾਂ ਉਹ ਖੁਦ ਵੀ ਉਸ ਚੀਜ਼ ਨੂੰ ਸਹੀ ਮੰਨ ਕੇ ਤੁਹਾਨੂੰ ਦੱਸ ਰਿਹਾ ਵੀ ਇਹ ਚੀਜ਼ ਇੱਦਾਂ ਦੀ ਹੈਗੀ ਹੈ, ਜਾਂ ਫਿਰ ਕੀ ਹੈ ਉਹ ਸਟੇਟਮੈਂਟ ਇੱਦਾਂ ਦੱਸ ਰਿਹਾ ਕਿ ਉਹਨੂੰ ਲੱਗਦਾ ਕਿ ਇਹੀ ਚੀਜ਼ ਸਹੀ ਹੈ। ਹੁਣ ਜਿਵੇਂ ਫਰੋਡ ਔਰ ਮਿਸਰੀਪ੍ਰਜੈਂਟੇਸ਼ਨ ਦੇ ਵਿੱਚ ਬਹੁਤ ਮਾਈਨਰ ਜਿਹਾ ਡਿਫਰੈਂਸ ਹੈ, ਇੱਕ ਥਰੈਡ ਲਾਈਕ ਡਿਫਰੈਂਸ ਹੈ ਜਿਸ ਨੂੰ ਆਪਾਂ ਨੂੰ ਸਮਝਣਾ ਚਾਹੀਦਾ। ਫਰੋਡ ਦੇ ਵਿੱਚ ਆਪਾਂ ਇੰਟੈਂਸ਼ਨਲੀ ਕਿਸੇ ਚੀਜ਼ ਦੇ ਬਾਰੇ ਗਲਤ ਦੱਸ ਰਹੇ ਹਾਂ, ਆਪਣੀ ਇੰਟੈਂਸ਼ਨ ਹੈ ਧੋਖਾ ਦੇਣ ਦੀ। ਮਿਸਰੀਪ੍ਰਜੈਂਟੇਸ਼ਨ ਦੇ ਵਿੱਚ ਕੀ ਹੈ ਕਿ ਜਿਹੜਾ ਬੰਦਾ ਫੈਕਟਸ ਨੂੰ ਡਿਸਕਲੋਜ਼ ਕਰ ਰਿਹਾ ਉਹ ਖੁਦ ਵੀ ਇਸ ਚੀਜ਼ ਨੂੰ ਮੰਨਦਾ ਵੀ ਜੋ ਫੈਕਟ ਉਹ ਦੱਸ ਰਿਹਾ ਉਹ ਸਹੀ ਹੈ, ਉਹ ਚੀਟ ਨਹੀਂ ਕਰਨਾ ਚਾਹ ਰਿਹਾ, ਠੀਕ ਹੈ ਜੀ। ਉਹ ਇਨੋਸੈਂਟਲੀ ਕਿਸੇ ਚੀਜ਼ ਨੂੰ ਡਿਸਕਲੋਜ਼ ਕਰ ਰਿਹਾ, ਕਿਸੇ ਵੀ ਐਕਟ ਨੂੰ ਡਿਸਕਲੋਜ਼ ਕਰ ਰਿਹਾ, ਠੀਕ ਹੈ ਜੀ। ਉਹ ਮਿਸਰੀਪ੍ਰਜੈਂਟੇਸ਼ਨ ਹੈ। ਇਸ ਚੀਜ਼ ਦੇ ਵਿੱਚ ਜਿਹੜਾ ਕੰਟਰੈਕਟ ਦੀ ਨੇਚਰ ਆ ਉਹ ਅਵੋਇਡੇਬਲ ਹੋ ਜਾਂਦੀ ਹੈ। ਅਵੋਇਡੇਬਲ ਸੇਮ ਹੈ ਕਿ ਐਟ ਦਾ ਵਿਸ਼ ਆਫ ਦਾ ਐਗਰੀਵਡ ਪਾਰਟੀ ਵੈਦਰ ਟੂ ਐਂਟਰ ਦਾ ਕੰਟਰੈਕਟ ਔਰ ਵੈਦਰ ਟੂ ਪਰਫੋਰਮ ਦਾ ਕੰਟਰੈਕਟ ਔਰ ਲੀਵ ਦਾ ਕੰਟਰੈਕਟ, ਠੀਕ ਹੈ ਜੀ। ਹੁਣ ਜਿਹੜਾ ਥਰੈਡ ਲਾਈਕ ਡਿਫਰੈਂਸ ਹੈ ਦੋਨਾਂ ਦੇ ਵਿੱਚੋਂ ਮੈਂ ਤੁਹਾਨੂੰ ਕਲੀਅਰ ਕਰਾ ਹੀ ਦਿੱਤਾ। ਇਹਦੇ ਵਿੱਚ ਇੰਟੈਂਸ਼ਨਲ ਮਿਸ ਸਟੇਟਮੈਂਟ ਹੁੰਦੀ ਹੈ, ਇਹਦੇ ਵਿੱਚ ਇਨੋਸੈਂਟਲੀ ਮਿਸ ਸਟੇਟਮੈਂਟ ਔਰ ਫਾਲਸ ਰੀਪ੍ਰਜੈਂਟੇਸ਼ਨ ਹੁੰਦੀ ਹੈ, ਠੀਕ ਹੈ ਜੀ। ਹੁਣ ਲਾਸਟ ਜਿਹੜਾ ਹੈਗਾ ਫਰੀ ਕੰਸੈਂਟ ਦਾ ਪਾਰਟ ਆਫ ਮਿਸਟੇਕ ਹੈ। ਇਹਦੇ ਵਿੱਚ ਮਿਸਟੇਕ ਦੇ ਵਿੱਚ ਕੰਟਰੈਕਟ ਕੀ ਹੋ ਜਾਂਦਾ? ਵੋਇਡ ਹੋ ਜਾਂਦਾ। ਸਿਰਫ ਇੱਕ ਇਹੀ ਕਲੋਜ਼ ਹੈ ਜਿੱਥੇ ਕੰਟਰੈਕਟ ਵੋਇਡ ਹੋ ਜਾਂਦਾ, ਬਾਕੀ ਸਭ ਦੇ ਵਿੱਚ ਵੋਇਡੇਬਲ ਰਹਿੰਦਾ।
ਮਿਸਟੇਕ ਕਿੱਦਾਂ ਹੋ ਸਕਦੀ ਹੈ, ਰਿਲੇਟਡ ਟੂ ਸਬਜੈਕਟ ਮੈਟਰ ਹੋ ਸਕਦੀ ਹੈ, ਮਿਸਟੇਕ ਰਿਲੇਟਡ ਟੂ ਲਾਅ ਹੋ ਸਕਦੀ ਹੈ, ਜਿਹੜੇ ਐਸੈਂਸ਼ੀਅਲ ਫੈਕਟ ਹੈ ਉਹਨਾਂ ਦੀ ਨੇਚਰ ਦੇ ਰਿਗਾਰਡਿੰਗ ਹੋ ਸਕਦੀ ਹੈ, ਜਾਂ ਪਾਰਟੀਜ਼ ਦੇ ਰਿਗਾਰਡਿੰਗ ਮਿਸਟੇਕਨ ਹੋ ਸਕਦਾ। ਲੈਟ ਸਪੋਜ਼ ਏ ਔਰ ਬੀ ਕੰਟਰੈਕਟ ਦੇ ਵਿੱਚ ਐਂਟਰ ਕਰ ਰਹੇ ਨੇ, ਠੀਕ ਹੈ ਜੀ। ਏ ਬੀ ਨੂੰ ਪ੍ਰੋਮਿਸ ਕਰੇ ਕਿ ਮੈਂ ਜੀ ਤੁਹਾਨੂੰ ਹੋਰ ਸੈਲ ਆਊਟ ਕਰਾਂਗਾ। ਜਿਸ ਹੁਣ ਸਬਜੈਕਟ ਮੈਟਰ ਦੀ ਗੱਲ ਚੱਲ ਰਹੀ ਹੈ, ਏ ਨੂੰ ਨਹੀਂ ਪਤਾ ਹੋਰਸ ਜਿਹੜਾ ਹੈਗਾ ਉਹ ਆਪਣੇ ਸਟੇਬਲ ਦੇ ਵਿੱਚ ਬੈਠਾ ਹੋਇਆ, ਤਬੇਲੇ ਦੇ ਵਿੱਚ ਹੈ, ਜਿਹਨੂੰ ਆਪਾਂ ਕਹਿੰਦੇ ਹਾਂ ਤਬੇਲੇ ਦੇ ਵਿੱਚ ਹੈ, ਬਟ ਇਹ ਨੂੰ ਨਹੀਂ ਪਤਾ ਕਿ ਉਹ ਹੋਰਸ ਜਿਹੜਾ ਹੈਗਾ ਉਹਦੀ ਡੈਥ ਹੋ ਚੁੱਕੀ ਹੈ। ਜਿਸ ਟਾਈਮ ਉਹ ਕੰਟਰੈਕਟ ਐਂਟਰ ਕਰ ਰਿਹਾ ਬੀ ਦੇ ਨਾਲ, ਉਸ ਟਾਈਮ ਜਿਹੜਾ ਹੋਰਸ ਹੈ ਉਹ ਆਪਣੀ ਲਾਸਟ ਜਿਹੜੀ ਸਾਹ ਚੱਲ ਰਹੇ ਨੇ ਉਹਦੀ ਡੈਥ ਹੋ ਜਾਂਦੀ ਹੈ। ਜਿਸ ਟਾਈਮ ਉਹ ਕੰਟਰੈਕਟ ਨੂੰ ਫਾਰਮੂਲੇਟ ਕਰ ਰਹੇ ਹੁੰਦੇ ਉਸ ਟਾਈਮ ਹੋਰਸ ਮਰ ਜਾਂਦਾ। ਹੁਣ ਕਿਆ ਇਹ ਕੰਟਰੈਕਟ ਵੈਲਿਡ ਹੋਏਗਾ? ਨੋ। ਮਿਸਟੇਕ ਆਫ ਬੋਥ ਦਾ ਪਾਰਟੀ, ਅਗਰ ਲੈਟ ਸਪੋਜ਼ ਏ ਬੀ ਨੂੰ ਹੋਰਸ ਦਾ ਪ੍ਰੋਮਿਸ ਕਰਦਾ, ਬੀ ਉਹਨੂੰ ਇਨ ਰਿਟਰਨ ਟੂ ਦੈਟ ਮਨੀ ਕੰਸੀਡਰੇਸ਼ਨ ਦੇ ਦਿੰਦਾ, ਠੀਕ ਹੈ ਜੀ। ਅਤੇ ਇਸ ਦੇ ਵਿੱਚ ਕੰਟਰੈਕਟ ਕੀ ਹੋ ਜਾਏਗਾ? ਅਵੋਇਡ, ਕਿਉਂਕਿ ਜਿਹੜੇ ਸਬਜੈਕਟ ਮੈਟਰ ਦੇ ਰਿਗਾਰਡਿੰਗ ਆਪਾਂ ਕੰਟਰੈਕਟ ਐਂਟਰ ਕਰ ਰਹੇ ਹਾਂ ਉਹ ਟੋਟਲੀ ਖਤਮ ਹੋ ਚੁੱਕਿਆ, ਤਾਂ ਉਹਨੂੰ ਰਿਟਰਾਈਵ ਨਹੀਂ ਕੀਤਾ ਜਾ ਸਕਦਾ। ਇਸ ਕੰਡੀਸ਼ਨ ਦੇ ਵਿੱਚ ਜਿਹੜਾ ਕੰਟਰੈਕਟ ਆ ਅਵੋਇਡ ਡਿਕਲੇਅਰ ਹੋ ਜਾਂਦਾ। ਜਿਵੇਂ ਕੁਛ ਕਿਸੇ ਕੰਟਰੈਕਟ ਦੀ ਜਿਹੜੀ ਐਸੈਂਸ਼ੀਅਲ ਕਲੋਜ਼ ਆ ਉਹਦੇ ਵਿੱਚ ਚੇਂਜ ਕਰ ਦਿੱਤਾ ਗਿਆ। ਪਹਿਲਾਂ ਜਿਵੇਂ ਮੰਨ ਲਓ ਆਪਾਂ ਮੈਮੋਰੈਂਡਮ ਬਣਾਉਂਦੇ ਹਾਂ ਕਿਸੇ ਕੰਪਨੀ ਦਾ, ਆਪਾਂ ਪ੍ਰੋਸਪੈਕਟਸ ਲਾਂਚ ਕਰਨਾ ਚਾਹ ਰਹੇ ਹਾਂ, ਪ੍ਰੋਸਪੈਕਟਸ ਲਾਂਚ ਕਰਦੇ ਹਾਂ, ਮੰਨ ਲਓ ਉਹਦੇ ਵਿੱਚ ਪਹਿਲਾਂ ਤਾਂ ਐਸੈਂਸ਼ੀਅਲ ਕਲੋਜ਼ ਜਿਹੜੇ ਸਬਸਕ੍ਰਾਈਬਰ ਨੇ ਉਹਨਾਂ ਨੇ ਸਾਈਨ ਕਰ ਦਿੱਤੇ। ਬਾਅਦ ਦੇ ਵਿੱਚ ਕੀ ਸੀਗਾ ਕਿ ਉਹਨਾਂ ਨੇ ਇੱਕ ਫੈਕਟ ਜਿਹੜਾ ਮੇਨ ਸੀਗਾ ਲਾਂਚ ਕਰਨ ਦਾ, ਸ਼ੇਅਰ IPO ਲਾਂਚ ਕਰਨ ਦਾ, ਉਹਦੇ ਵਿੱਚ ਝੂਠ ਬੋਲ ਦਿੰਦੇ ਨੇ ਜਾਂ ਉਹਨੂੰ ਇੰਟੈਂਸ਼ਨਲੀ ਲੇਟਰ ਔਨ ਸਟੇਜ 'ਤੇ ਅਮੈਂਡ ਕਰ ਦਿੰਦੇ ਨੇ, ਠੀਕ ਹੈ ਜੀ। ਇਹ ਕੀ ਐਸੈਂਸ਼ੀਅਲ ਫੈਕਟ ਦੀ ਅਮੈਂਡਮੈਂਟ ਹੈ, ਵਿਦਾਊਟ ਐਨੀ ਨੋਟਿਸ ਹੈ। ਵਿਦਾਊਟ ਐਨੀ ਨੋਟਿਸ ਹੈ, ਤਦ ਕੀ ਹੋ ਜਾਏਗਾ, ਜਿਹੜਾ ਕੰਟਰੈਕਟ ਹੋ ਜਾਏਗਾ ਉਹ ਅਵੋਇਡ ਹੋ ਜਾਏਗਾ, ਔਰ ਜਿਹੜਾ ਵੀ ਸਬਸਕ੍ਰਾਈਬਰ ਹੋਏਗਾ ਉਹ ਬਾਊਂਡ ਨਹੀਂ ਹੋਏਗਾ ਕੰਟਰੈਕਟ ਨੂੰ ਲੈ ਕੇ, ਠੀਕ ਹੈ ਜੀ। ਇਹ ਸੀਗਾ ਫ੍ਰੀ ਕੰਸੈਂਟ ਦਾ ਕੰਸੈਪਟ। ਹੁਣ ਅੱਗੇ ਆਪਾਂ ਅਨਲੌਫੁਲ ਐਗਰੀਮੈਂਟਸ ਔਰ ਜਿਹੜਾ ਐਗਰੀਮੈਂਟ ਵਿਦਾਊਟ ਕੰਸੀਡਰੇਸ਼ਨ ਕਰਨੇ, ਜਿਹੜੇ ਮੇਜਰ ਕੰਸੈਪਟ ਨੇ ਆਹੀ ਨੇ। ਇਹ ਤੋਂ ਇਲਾਵਾ ਜਿਹੜੇ ਮਾਈਨਰ ਕੰਸੈਪਟ ਨੇ, ਨੈਸੈਸਿਟੀ ਦੇ ਸੈਕਸ਼ਨ 68 ਦਾ, ਨੈਸੈਸਿਟੀ ਸਪਲਾਈ ਟੂ ਦਾ ਮਾਈਨਰ ਜਾਂ ਫਿਰ ਕੰਟੀਜੈਂਟ ਕੰਟਰੈਕਟਸ, ਉਹ ਆਪਾਂ ਵਿੱਚ ਕਰ ਲਏ ਨੇ। ਕੁਛ ਟੌਪਿਕਸ ਨੇ ਜਿਹੜੇ ਅਲੱਗ ਤੋਂ ਕਰਨ ਵਾਲੇ ਨੇ, ਉਹ ਤੁਹਾਨੂੰ ਕਰਵਾ ਦਿੱਤੇ ਜਾਣਗੇ। ਉਸ ਤੋਂ ਬਾਅਦ ਆਪਾਂ ਨੈਕਸਟ ਜਿਹੜਾ ਸਬਜੈਕਟ ਹੈ ਉਹਨੂੰ ਕੈਰੀ ਫੋਰਵਰਡ ਕਰਾਂਗੇ।